ओशो दा ਲੈਕਚਰ। ਜਿਵੇਂ ਜਿਵੇਂ ਮਨੁੱਖ ਵਧੇਰੇ ਸੱਭਿਅ ਹੋਇਆ ਹੈ, ਜਿਵੇਂ ਜਿਵੇਂ ਵੱਧ ਪੜ੍ਹਿਆ ਲਿਖਿਆ ਚੰਗਾ ਸੰਸਕਾਰੀ ਹੋਇਆ ਹੈ, ਉਵੇਂ ਉਵੇਂ ਵੱਧ ਚਿੰਤਿਤ, ਬੇਚੈਨ ਤੇ ਪਰੇਸ਼ਾਨ ਵੀ ਹੋ ਗਿਆ। ਕੀ ਕਾਰਨ ਹੋ ਸਕਦਾ ਹੈ? ਜਿਵੇਂ ਜਿਵੇਂ ਮਨੁੱਖ ਦੀ ਬੁੱਧੀ ਵੱਧਦੀ ਹੈ, ਦੁੱਖ ਕਿਉਂ ਵੱਧ ਜਾਂਦਾ ਹੈ? ਦੁੱਖ ਵੱਧ ਜਾਂਦਾ ਹੈ ਇਸ ਕਾਰਨ ਕਿ ਬੁੱਧੀ ਦਾ ਸਾਰਾ ਵਿਕਾਸ ਦੁਵੈਤ ਭਾਵ ਉੱਤੇ ਨਿਰਭਰ ਕਰਦਾ ਹੈ। ਬੁੱਧੀ ਤੋੜਦੀ ਹੈ, ਬੁੱਧੀ ਵੱਖ ਕਰਦੀ ਹੈ, ਪੁਣ ਛਾਣ ਕਰਦੀ ਹੈ, ਬੁੱਧੀ ਹੱਦਾਂ ਉਲੀਕਦੀ ਹੈ, ਪਰਿਭਾਸ਼ਾਵਾਂ ਕਰਦੀ ਹੈ, ਹਿਰਦਾ ਜੋੜਦਾ ਹੈ, ਹੱਦਾਂ ਤੋੜਦਾ ਹੈ, ਪਰਿਭਾਸ਼ਾਵਾਂ ਖਤਮ ਹੋ ਜਾਂਦੀਆਂ, ਰਹੱਸ ਦਾ ਜਨਮ ਹੋ ਜਾਂਦਾ ਹੈ। ਜੀਵਨ 'ਚ ਜਿੰਨਾ ਹਿਰਦਾ ਹੋਵੇ ਉਨੀ ਚਿੰਤਾ ਘੱਟ ਹੋ ਜਾਂਦੀ ਹੈ, ਜਿੰਨੀ ਹੋਵੇ ਬੁੱਧੀ ਵੱਧ ਉਨੀ ਚਿੰਤਾ ਵੱਧ ਜਾਂਦੀ ਹੈ। ਬੁੱਧੀ ਦੀ ਪ੍ਰਕਿਰਿਆ ਟੁਕੜੇ ਟੁਕੜੇ ਕਰਨ ਦੀ ਪ੍ਰਕਿਰਿਆ ਹੈ। ਜਿਵੇਂ ਕੱਚ ਦਾ ਪ੍ਰਿਜ਼ਮ ਹੁੰਦਾ ਹੈ, ਸੂਰਜ ਦੀ ਕਿਰਨ ਉਹਦੇ ਵਿੱਚੋਂ ਦੀ ਲੰਘੇ ਤਾਂ ਉਸੇ ਵੇਲੇ ਉਹਦੇ 7 ਟੁਕੜੇ ਹੋ ਜਾਂਦੇ ਆ, 7 ਰੰਗ ਦਿਸਣ ਲੱਗ ਪੈਂਦੇ ਆ। ਉਹੀ ਕਿਰਨ ਪ੍ਰਿਜ਼ਮ ਤੋਂ ਪਹਿਲਾਂ ਤੱਕ ਉਜਲ ਸੀ, ਉਹੀ ਕਿਰਨ ਪ੍ਰਿਜ਼ਮ ਚੋਂ ਪਾਰ ਹੋ ਕੇ 7 ਟੁਕੜਿਆਂ 'ਚ ਵੰਡੀ ਜਾਂਦੀ ਹੈ, 7 ਰੰਗੀ ਹੋ ਜਾਂਦੀ ਹੈ। ਵਰਖਾ 'ਚ ਅਸਮਾਨ 'ਚ ਇੰਦਰ ਧਨੁਸ਼ ਬਣ ਜਾਂਦਾ ਹੈ, ਕਿਉਂਕਿ ਵਰਖਾ ਦੀਆਂ ਬੂੰਦਾਂ ਪ੍ਰਿਜ਼ਮ ਦਾ ਕੰਮ ਕਰ ਦਿੰਦੀਆਂ ਹਨ, ਕਿਰਨ ਨੂੰ ਤੋੜ ਦਿੰਦੀਆਂ, 7 ਰੰਗਾਂ 'ਚ ਵੰਡ ਦਿੰਦੀਆਂ। ਬੁੱਧੀ ਐਨ ਪ੍ਰਿਜ਼ਮ ਵਰਗਾ ਕੰਮ ਕਰਦੀ ਹੈ। ਜਿੱਥੇ ਬੁੱਧੀ ਨਾਲ ਦੇਖੋਗੇ ਉੱਥੇ ਚੀਜ਼ਾਂ ਟੁੱਟ ਜਾਣਗੀਆਂ, ਵੱਖੋ ਵੱਖਰੀਆਂ ਹੋ ਜਾਣਗੀਆਂ। ਇਹੀ ਬੁੱਧੀ ਦਾ ਖਤਰਾ ਵੀ ਹੈ, ਇਹੀ ਉਹਦੀ ਉਪਯੋਗਤਾ ਵੀ ਹੈ। ਕਿਉਂਕਿ ਜੇਕਰ ਕਿਸੇ ਵੀ ਚੀਜ਼ ਉੱਤੇ ਸੀਮਾ ਖਿੱਚਣੀ ਹੋਵੇ, ਠੀਕ ਠੀਕ ਜਾਣਨਾ ਹੋਵੇ ਕਿ ਕੀ ਹੈ, ਤਾਂ ਉਹਨੂੰ ਤੋੜਨਾ ਹੀ ਪਏਗਾ, ਨਹੀਂ ਤਾਂ ਫਿਰ ਕੁਝ ਵੀ ਜਾਣਿਆ ਨਹੀਂ ਜਾ ਸਕੇਗਾ। ਕਿਉਂਕਿ ਜਗਤ ਵਿੱਚ ਤਾਂ ਸਾਰਾ ਕੁਝ ਹੀ ਜੁੜਿਆ ਹੋਇਆ ਹੈ। ਜੇਕਰ ਦਰ ਹਕੀਕਤ ਇੱਕ ਵੀ ਚੀਜ਼ ਜਾਣਨੀ ਹੋਵੇ ਤਦੇ ਜਾਣੀ ਜਾ ਸਕਦੀ ਹੈ ਜਦ ਸਭ ਕੁਝ ਜਾਣ ਲਿਆ ਜਾਏ। ਇਹ ਤਾਂ ਅਸੰਭਵ ਜਾਪਦਾ ਹੈ। ਇੱਕ ਛੋਟਾ ਜਿਹਾ ਕੰਕਰ ਦਾ ਕਣ ਵੀ ਇਸ ਪੂਰੇ ਵਜੂਦ ਨਾਲ ਜੁੜਿਆ, ਇਸ ਕੰਕਰ ਦੇ ਟੁਕੜੇ ਦੇ ਹੋਣ ਵਿੱਚ ਇਸ ਪੂਰੇ ਵਜੂਦ ਨੇ ਹਿੱਸਾ ਲਿਆ ਹੈ। ਸੂਰਜ ਨੇ ਦਾਨ ਦਿੱਤਾ ਹੈ, ਆਕਾਸ਼ ਨੇ ਥਾਂ ਦਿੱਤੀ, ਪ੍ਰਿਥਵੀ ਨੇ ਵਸਤੂ ਦਿੱਤੀ ਹੈ। ਇਹਨਾਂ ਸਭ ਤੋਂ ਮਿਲ ਕੇ ਬਣਿਆ ਪੱਥਰ ਦਾ ਟੁਕੜਾ। ਅਨੰਤ ਨੇ ਅਨੰਤ ਤਰ੍ਹਾਂ ਨਾਲ ਉਸ ਨੂੰ ਜੀਵਨ ਦਿੱਤਾ ਹੈ। ਜਦ ਤੱਕ ਅਸੀਂ ਸਭ ਨੂੰ ਹੀ ਨਾ ਸਮਝ ਲਈਏ ਤਦ ਤੱਕ ਉਸ ਪੱਥਰ ਦੇ ਟੁਕੜੇ ਨੂੰ ਵੀ ਅਸੀਂ ਸਮਝ ਨਹੀਂ ਪਾਵਾਂਗੇ। ਪਰ ਇਹ ਤਾਂ ਅਤ ਕਠਿਨ ਹੈ। ਤਦ ਤੱਕ ਰੁਕਣਾ ਪਏਗਾ ਜਦ ਤੱਕ ਸਭ ਕੁਝ ਜਾਣ ਨਾ ਲਿਆ ਜਾਏ। ਕਿਵੇਂ ਅਸੀਂ ਇਹਨੂੰ ਜਾਣ ਪਾਵਾਂਗੇ? ਕਿਉਂਕਿ ਸਭ ਇੰਨਾ ਵਿਰਾਟ ਹੈ। ਇੱਥੇ ਇੱਕ ਨੂੰ ਜਾਣਨਾ ਹੋਵੇ ਤਾਂ ਬਾਕੀ ਨੂੰ ਜਾਣਨਾ ਜ਼ਰੂਰੀ ਹੈ। ਇਹਦਾ ਮਤਲਬ ਤਾਂ ਇਹ ਹੋਇਆ ਕਿ ਅਗਿਆਨ ਹੋਏਗਾ, ਸਦੀਵੀ ਅਸੀਂ ਕਦੇ ਵੀ ਜਾਣ ਨਾ ਪਾਵਾਂਗੇ। ਬੁੱਧੀ ਜਾਣਨ 'ਚ ਮਦਦ ਦਿੰਦੀ ਹੈ। ਮਦਦ ਇਸ ਲਈ ਦਿੰਦੀ ਹੈ ਕਿ ਉਹ ਤੋੜ ਦਿੰਦੀ ਹੈ। ਉਹ ਕਹਿੰਦੀ ਹੈ ਸਭ ਨੂੰ ਜਾਣਨਾ ਜ਼ਰੂਰੀ ਨਹੀਂ ਹੈ, ਇੱਕ ਹਿੱਸੇ ਨੂੰ ਵੀ ਵੰਡ ਕੇ ਜਾਣਿਆ ਜਾ ਸਕਦਾ ਹੈ। ਵਿਗਿਆਨ ਬੁੱਧੀ ਦੇ ਸਹਾਰੇ ਖੜਾ ਹੋ ਪਾਉਂਦਾ ਹੈ, ਪਰ ਖਤਰਾ ਵੀ ਹੈ। ਖਤਰਾ ਇਹ ਹੈ ਕਿ ਜੋ ਅਣਵੰਡਿਆ ਹੈ ਉਹਨੂੰ ਬੁੱਧੀ ਵੰਡ ਦਿੰਦੀ ਹੈ, ਜੋ ਆਪਣੇ ਆਪ 'ਚ ਅਖੰਡ ਹੈ ਉਹਨੂੰ ਖੰਡ ਕਰ ਦਿੰਦੀ ਹੈ। ਇਸ ਲਈ ਬੁੱਧੀ ਨਾਲ ਕੁਝ ਵੀ ਜਾਣ ਲਿਆ ਜਾਏ ਉਹ ਗਿਆਨ ਪਰਮ ਗਿਆਨ ਨਹੀਂ ਹੋ ਜਾਂਦਾ, ਉਹ ਅਧੂਰਾ ਹੀ ਹੋਏਗਾ। ਕਿਉਂਕਿ ਬਹੁਤ ਸਾਰੇ ਹਿੱਸੇ ਅਣਜਾਣੇ ਰਹਿ ਗਏ ਆ, ਬਹੁਤ ਸਾਰੀਆਂ ਮੌਲਿਕ ਗੱਲਾਂ ਬਿਨਾਂ ਖੋਜੀਆਂ ਰਹਿ ਗਈਆਂ। ਇਸ ਲਈ ਵਿਗਿਆਨ ਕਹਿੰਦਾ ਹੈ ਕਿ ਉਹਦੀ ਸਾਰੀ ਜਾਣਕਾਰੀ ਅਸਥਾਈ ਹੈ, ਉਹ ਕਦੇ ਸਥਾਈ ਨਹੀਂ ਹੋ ਪਾਉਂਦੀ। ਇਸ ਲਈ ਵਿਗਿਆਨ ਨੂੰ ਨਿੱਤ ਆਪਣਾ ਗਿਆਨ ਬਦਲ ਲੈਣਾ ਪੈਂਦਾ ਹੈ। ਗਿਆਨ ਵੀ ਨਿੱਤ ਬਦਲਦਾ ਹੈ। ਧਰਮ ਕਹਿੰਦਾ ਹੈ ਕਿ ਅਜਿਹੇ ਗਿਆਨ ਦਾ ਮੁੱਲ ਹੀ ਕੀ ਹੈ ਜਿਹੜਾ ਨਿੱਤ ਬਦਲ ਜਾਂਦਾ ਹੋਵੇ। ਆਰਜ਼ੀ ਗਿਆਨ ਦਾ ਮੁੱਲ ਹੀ ਕੀ ਹੈ? ਤਾਂ ਇਹਦਾ ਇਹ ਮਤਲਬ ਹੋਇਆ ਕਿ ਜੋ ਕੱਲ ਗਿਆਨ ਸੀ ਉਹ ਅੱਜ ਅਗਿਆਨ ਹੋ ਗਿਆ। ਉਹ ਸੀ ਤਾਂ ਕੱਲ ਵੀ ਅਗਿਆਨ ਹੀ, ਸਾਨੂੰ ਪਤਾ ਨਹੀਂ ਸੀ। ਜੋ ਅੱਜ ਗਿਆਨ ਹੈ ਉਹ ਕੱਲ ਅਗਿਆਨ ਹੋ ਜਾਏਗਾ। ਤਦ ਦਾ ਅਰਥ ਇਹ ਹੋਇਆ ਕਿ ਅੱਜ ਵੀ ਉਹ ਹੈ ਤਾਂ ਅਗਿਆਨ ਹੀ, ਪਰ ਸਾਨੂੰ ਪਤਾ ਨਹੀਂ ਸੀ। ਜਿਵੇਂ ਜਿਵੇਂ ਸਾਨੂੰ ਪਤਾ ਲੱਗੇਗਾ ਸਾਡਾ ਗਿਆਨ ਅਗਿਆਨ ਹੁੰਦਾ ਜਾਏਗਾ। ਤਾਂ ਫਿਰ ਗਿਆਨ ਕੀ ਹੈ? ਧਰਮ ਕਹਿੰਦਾ ਜਦ ਤੱਕ ਅਸੀਂ ਪੂਰਨ ਨੂੰ ਪੂਰਨ ਦੀ ਤਰ੍ਹਾਂ ਹੀ ਨਾ ਜਾਣ ਲਈਏ ਤਦ ਤੱਕ ਅਸੀਂ ਅਗਿਆਨੀ ਰਹਾਂਗੇ। ਪੂਰਨ ਨੂੰ ਵੰਡ ਕੇ ਜਾਣਨ 'ਚ ਭੁਲੇਖਾ ਹੈ, ਉਪਯੋਗਤਾ ਹੈ, ਲੇਕਿਨ ਭੁਲੇਖਾ ਹੈ। ਭੁਲੇਖੇ ਵੀ ਉਪਯੋਗੀ ਸਿੱਧ ਹੋ ਸਕਦੇ ਹੈ। ਵਿਗਿਆਨਕ ਅਜਿਹਾ ਵੀ ਭੁਲੇਖਾ ਹੈ ਜੋ ਬੜਾ ਹੀ ਉਪਯੋਗੀ ਹੈ, ਪਰ ਧਰਮ ਕਿਸੇ ਹੋਰ ਹੀ ਗਿਆਨ ਦੀ ਖੋਜ ਕਰਦਾ ਜੋ ਅਸਲ 'ਚ ਗਿਆਨ ਹੈ, ਤੇ ਜੋ ਇੱਕ ਵਾਰ ਜਾਣ ਲਏ ਜਾਣ ਤੋਂ ਬਾਅਦ ਫਿਰ ਵੀ ਅਗਿਆਨ ਨਹੀਂ ਹੋ ਸਕਦਾ, ਜੋ ਸਦੀਵੀ ਹੈ। ਇਸ ਸਦੀਵੀ ਗਿਆਨ ਦੀ ਖਾਤਰ ਕੀ ਕਰਨਾ ਪਏਗਾ? ਜਿਵੇਂ ਵਿਗਿਆਨ ਤੋੜਦਾ ਹੈ, ਜੇ ਅਸੀਂ ਸਦੀਵੀ ਗਿਆਨ ਨੂੰ ਪਾਉਣਾ ਹੈ ਤਾਂ ਸਾਰੇ ਜੋੜਨ ਦੀ ਕਲਾ ਸਿੱਖਣੀ ਪਏਗੀ। ਇਹ ਸੂਤਰ ਉਸੇ ਕਲਾ ਵੱਲ ਇਸ਼ਾਰਾ ਕਰਦਾ ਹੈ। ਇਹ ਸੂਤਰ ਕਹਿੰਦਾ ਹੈ ਕਿ ਦੁਵੈਤ ਭਾਵ ਨੂੰ
ਸਮਗਰ ਰੂਪ ਨਾਲ ਦੂਰ ਕਰੋ। ਦੂਈ ਨਾ ਰਹਿ ਜਾਏ, ਦੋ ਨਾ ਬਚੇ, ਇੱਕ ਹੀ ਬਚੇ। ਜਿਸ ਦਿਨ ਤੁਹਾਡੇ ਵਿਚਾਲੇ ਤੇ ਵਜੂਦ ਦੇ ਵਿਚਾਲੇ ਕੋਈ ਫਾਸਲਾ ਨਹੀਂ ਰਹਿ ਜਾਏਗਾ, ਕੋਈ ਦੂਰੀ ਨਹੀਂ ਰਹਿ ਜਾਏਗੀ, ਅਜਿਹਾ ਵੀ ਨਹੀਂ ਲੱਗੇਗਾ ਕਿ ਮੈਂ ਜਾਣਨ ਵਾਲਾ, ਉਹ ਜਿਹੜਾ ਜਗਤ ਹੈ ਉਹਨੂੰ ਮੈਂ ਜਾਣ ਰਿਹਾ, ਉਹ ਜਾਣਿਆ ਜਾਣ ਵਾਲਾ ਹੈ, ਜਿਸ ਵਿੱਚ ਜਾਣਨ ਯੋਗ ਤੇ ਜਾਣਨ ਵਾਲੇ ਦਾ ਵੀ ਫਾਸਲਾ ਨਾ ਰਹਿ ਜਾਏਗਾ। ਜਿਸ ਦਿਨ ਸਾਰਾ ਦੁਵੈਤ ਟੁੱਟ ਜਾਏਗਾ, ਸਭ ਹੱਦਾਂ ਢਹਿ ਜਾਣਗੀਆਂ ਤੇ ਤੁਸੀਂ ਵਜੂਦ ਦੇ ਨਾਲ ਇੱਕ ਹੋ ਜਾਓਗੇ। ਜਿਵੇਂ ਤਰੇਲ ਦੀ ਬੂੰਦ ਕਮਲ ਦੇ ਪੱਤੇ ਉੱਤੇ ਡਿੱਗੇ ਤੇ ਸਰੋਵਰ ਦੇ ਨਾਲ ਇੱਕ ਹੋ ਜਾਏ। ਅਜਿਹਾ ਜਿਸ ਦਿਨ ਮਿਲਾਪ ਹੋ ਜਾਏਗਾ ਵਜੂਦ ਨਾਲ, ਉਸ ਦਿਨ ਹੀ ਜੋ ਜਾਣਨ ਯੋਗ ਹੈ ਉਹ ਜਾਣਿਆ ਜਾਂਦਾ ਹੈ। ਉਸ ਦਿਨ ਜੋ ਜਾਣ ਲਿਆ ਜਾਂਦਾ ਹੈ ਉਹ ਫਿਰ ਗੁਆਚਣ ਦੀ ਸੰਭਾਵਨਾ ਨਹੀਂ ਹੈ। ਉਸ ਦਿਨ ਜੋ ਜਾਣਿਆ ਜਾਂਦਾ ਹੈ ਉਹੀ ਮੁਕਤੀ ਲਿਆਉਂਦਾ ਹੈ। ਵਿਗਿਆਨ ਸ਼ਕਤੀ ਦੇ ਸਕਦਾ ਹੈ ਪਰ ਮੁਕਤੀ ਨਹੀਂ, ਕਿਉਂਕਿ ਵਿਗਿਆਨ ਉਪਯੋਗੀ ਤੱਥ ਦੇ ਸਕਦਾ ਹੈ ਪਰ ਸਦੀਵੀ ਸੱਚ ਨਹੀਂ। ਸਦੀਵੀ ਸੱਚ ਦੀ ਖੋਜ ਦੀ ਇੱਕ ਹੀ ਪ੍ਰਕਿਰਿਆ ਹੈ, ਉਹ ਹੈ ਏਕੇ ਦਾ ਅਹਿਸਾਸ। ਇਹ ਪਰ ਬੜਾ ਕਠਿਨ ਹੈ, ਕਿਉਂਕਿ ਸਾਡੇ ਦੇਖਣ ਦੇ ਤਾਂ ਸਾਰੇ ਢੰਗ ਬੁੱਧੀ ਤੇ ਨਿਰਭਰ ਹਨ। ਜਿੱਥੋਂ ਵੀ ਦੇਖੀਏ ਉੱਥੇ ਚੀਜ਼ਾਂ ਦੋ ਹੋ ਜਾਂਦੀਆਂ ਹਨ। ਹੁਣ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ। ਇਹ ਘਟਨਾ ਇੱਕ ਹੈ, ਇੱਥੇ ਬੋਲਣ ਵਾਲਾ ਇੱਕ ਸਿਰਾ ਹੈ, ਉੱਥੇ ਸੁਣਨ ਵਾਲਾ ਦੂਜਾ ਸਿਰਾ ਹੈ। ਘਟਨਾ ਇੱਕ ਹੈ, ਇੱਥੇ ਇੱਕ ਹੀ ਘਟਨਾ ਵਾਪਰ ਰਹੀ ਹੈ, ਇੱਥੇ ਬੋਲਿਆ ਜਾ ਰਿਹਾ, ਸੁਣਿਆ ਜਾ ਰਿਹਾ। ਇਹ ਦੋ ਚੀਜ਼ਾਂ ਨਹੀਂ ਹਨ। ਇੱਕ ਸਿਰੇ ਤੋਂ ਬੋਲਿਆ ਜਾ ਰਿਹਾ, ਦੂਜੇ ਸਿਰੇ ਤੋਂ ਸੁਣਿਆ ਜਾ ਰਿਹਾ। ਇੱਕ ਹੀ ਅਨੁਭਵ ਦੇ ਦੋ ਕੋਨੇ ਹਨ। ਘਟਨਾ ਇੱਕ ਹੈ, ਪਰ ਜਿਵੇਂ ਹੀ ਵਿਚਾਰ ਕਰੋਗੇ ਉਵੇਂ ਬੋਲਣ ਵਾਲਾ ਅਲੱਗ ਹੋ ਗਿਆ, ਸੁਣਨ ਵਾਲਾ ਅਲੱਗ ਹੋ ਗਿਆ। ਸੁਣਨ ਦੇ ਛਿੰਨ 'ਚ ਤੁਹਾਡਾ ਮਨ ਕੋਈ ਕੰਮ ਨਹੀਂ ਕਰ ਰਿਹਾ, ਮੌਨ ਸੁਣ ਰਿਹਾ, ਤਾਂ ਦੋ ਨਹੀਂ ਹੁੰਦੇ। ਬੋਲਣ ਦੇ ਛਿੰਨ ਵਿੱਚ ਜਦ ਮਨ ਕੋਈ ਨਹੀਂ ਕਰ ਰਿਹਾ, ਕੋਈ ਵਿਚਾਰ ਨਹੀਂ ਕਰ ਰਿਹਾ, ਸ਼ੁੱਧ ਬੋਲਣਾ ਸ਼ੁੱਧ ਸੁਣਨਾ ਜਿੱਥੇ ਮਿਲਦੇ ਹੈ ਉੱਥੇ ਤਾਂ ਇੱਕ ਹੀ ਰਹਿ ਜਾਂਦਾ ਹੈ। ਨਾ ਸੁਣਨ ਵਾਲਾ ਹੁੰਦਾ ਹੈ, ਨਾ ਬੋਲਣ ਵਾਲਾ ਹੁੰਦਾ ਹੈ। ਉੱਥੇ ਹੀ ਸਮਝ ਆਉਂਦੀ ਹੈ, ਉੱਥੇ ਹੀ ਸੰਵਾਦ ਵੀ ਹੁੰਦਾ ਹੈ। ਜਿੱਥੇ ਸੁਣਨ ਵਾਲਾ ਅਲੱਗ, ਬੋਲਣ ਵਾਲਾ ਅਲੱਗ, ਉੱਥੇ ਤਾਂ ਵਿਵਾਦ ਹੁੰਦਾ ਹੈ, ਉੱਥੇ ਤਾਂ ਅੰਦਰ ਵਿਵਾਦ ਚੱਲਦਾ ਹੀ ਰਹਿੰਦਾ ਹੈ। ਦਰਅਸਲ ਅਸੀਂ ਜਿੰਨੇ ਗਹਿਰੇ ਉਤਰਦੇ ਹਾਂ ਉਨੀ ਏਕਤਾ ਦਾ ਪਤਾ ਲੱਗਦਾ ਹੈ, ਪਰ ਜਿਵੇਂ ਸੋਚਦੇ ਹਾਂ ਮੁੜ ਕੇ ਉਵੇਂ ਹੀ ਲੱਗਦਾ ਹੈ ਚੀਜ਼ਾਂ ਵੰਡੀਆਂ ਗਈਆਂ, ਦੋ ਹੋ ਗਈਆਂ, ਜੁਦਾ ਜੁਦਾ ਹੋ ਗਈਆਂ। ਜਿਹੜਾ ਸੁਣਨ ਵਾਲਾ ਅਲੱਗ ਹੋ ਗਿਆ, ਜਿਹੜਾ ਬੋਲਣ ਵਾਲਾ ਅਲੱਗ ਹੋ ਗਿਆ। ਜਦੋਂ ਦੋ ਵਿਅਕਤੀ ਗੂੜੇ ਪ੍ਰੇਮ ਵਿੱਚ ਜਾਂ ਗੂੜੀ ਮਿੱਤਰਤਾ 'ਚ ਹੁੰਦੇ ਹੈ ਤਾਂ ਉਹਨਾਂ ਦੇ ਪ੍ਰੇਮ 'ਚ ਦੋ ਨਹੀਂ ਹੁੰਦੇ, ਉਹਨਾਂ ਦੇ ਪ੍ਰੇਮ 'ਚ ਪ੍ਰੇਮ ਹੀ ਰਹਿ ਜਾਂਦਾ ਹੈ। ਉੱਥੇ ਪ੍ਰੇਮੀ ਖੋ ਜਾਂਦਾ ਹੈ, ਪ੍ਰੇਮਿਕਾ ਵੀ ਖੋ ਜਾਂਦੀ ਹੈ। ਜਦ ਇਹ ਖੋਣਾ ਹੁੰਦਾ ਹੈ ਤਦ ਪ੍ਰੇਮ ਦਾ ਜਨਮ ਹੁੰਦਾ ਹੈ। ਜਦ ਤੱਕ ਇਹ ਖੋਣਾ ਨਾ ਹੋਵੇ ਤਦ ਤੱਕ ਪ੍ਰੇਮ ਦਾ ਕੋਈ ਜਨਮ ਨਹੀਂ ਹੁੰਦਾ। ਪਰ ਜਦ ਅਸੀਂ ਸੋਚਾਂਗੇ ਪ੍ਰੇਮ ਦੇ ਸੰਬੰਧ ਵਿੱਚ ਤਾਂ ਪ੍ਰੇਮ ਅਲੱਗ ਹੋ ਜਾਏਗਾ, ਪ੍ਰੇਮਿਕਾ ਅਲੱਗ ਹੋ ਜਾਏਗੀ। ਜਦ ਭਗਤ ਆਪਣੀ ਪੂਰੀ ਲੀਨਤਾ 'ਚ ਹੁੰਦਾ ਹੈ, ਭਗਵਾਨ ਤੇ ਭਗਤ ਵਿਚਾਲੇ ਕੋਈ ਫਾਸਲਾ ਨਹੀਂ ਹੁੰਦਾ। ਜੇ ਫਾਸਲਾ ਹੋਵੇ ਤਾਂ ਭਗਤੀ ਅਧੂਰੀ ਹੈ, ਭਗਤੀ ਹੈ ਹੀ ਨਹੀਂ। ਉੱਥੇ ਵੀ ਭਗਤ ਮਿਟ ਜਾਂਦਾ ਹੈ, ਭਗਵਾਨ ਵੀ ਮਿਟ ਜਾਂਦਾ ਹੈ। ਦੋਨਾਂ ਵਿਚਾਲੇ ਇੱਕ ਦੀ ਹੀ ਮੌਜੂਦਗੀ ਰਹਿ ਜਾਂਦੀ ਹੈ। ਇਹ ਦੋਨੋਂ ਸਿਰੇ ਲੀਨ ਹੋ ਜਾਂਦੇ ਹੈ, ਇੱਕ ਹੀ ਵਜੂਦ ਰਹਿ ਜਾਂਦਾ ਹੈ। ਤੇ ਜਦ ਵੀ ਅਸੀਂ ਸੋਚਾਂਗੇ ਭਗਤੀ ਦੇ ਸੰਬੰਧ ਵਿੱਚ, ਭਗਵਾਨ ਅਲੱਗ ਹੈ, ਭਗਤੀ ਅਲੱਗ ਹੈ। ਛੱਡੋ, ਸ਼ਾਇਦ ਤੁਹਾਨੂੰ ਪ੍ਰੇਮ ਦਾ ਵੀ ਅਨੁਭਵ ਨਾ ਹੋਵੇ, ਕਿਉਂਕਿ ਪ੍ਰੇਮ ਦਾ ਅਨੁਭਵ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਭਗਤੀ ਦਾ ਤਾਂ ਹੋਵੇਗਾ ਹੀ ਨਹੀਂ, ਕਿਉਂਕਿ ਉਹ ਤਾਂ ਕਰੀਬ ਕਰੀਬ ਅਸੰਭਵ ਹੋ ਗਿਆ। ਜਿਸ ਸਮਾਜ ਵਿੱਚ ਪ੍ਰੇਮ ਦਾ ਹੀ ਅਨੁਭਵ ਮੁਸ਼ਕਿਲ ਹੋ ਜਾਏ, ਉਸ ਸਮਾਜ ਵਿੱਚ ਭਗਤੀ ਦਾ ਅਨੁਭਵ ਸੰਭਵ ਨਹੀਂ ਰਹਿ ਜਾਂਦਾ। ਜਿਹੜੇ ਪ੍ਰੇਮ ਹੀ ਨਹੀਂ ਜਾਣਦੇ ਉਹ ਭਗਤੀ ਕਿਵੇਂ ਜਾਣ ਸਕਣਗੇ? ਪ੍ਰੇਮ ਹੀ ਸੰਸਾਰ ਦੀ ਪੌੜੀ ਹੈ ਜਿਸ ਨਾਲ ਵਿਅਕਤੀ ਭਗਤੀ ਦੇ ਮੰਦਰ ਤੱਕ ਉੱਠ ਪਾਉਂਦਾ ਹੈ। ਲੇਕਿਨ ਜਿਨ੍ਹਾਂ ਨੇ ਪ੍ਰੇਮ ਹੀ ਨਹੀਂ ਕੀਤਾ ਜ਼ਿੰਦਗੀ ਵਿੱਚ, ਉਹ ਭਗਤੀ ਦੇ ਰਸ ਨੂੰ ਕਦੇ ਵੀ ਨਹੀਂ ਸਮਝ ਸਕਣਗੇ। ਇਹਦਾ ਅਰਥ ਇਹ ਨਹੀਂ ਕਿ ਪ੍ਰੇਮ ਹੀ ਭਗਤੀ ਹੈ, ਇਹਦਾ ਇੰਨਾ ਹੀ ਅਰਥ ਹੈ ਕਿ ਪ੍ਰੇਮ ਭਗਤੀ ਦੀ ਸਿਖਲਾਈ ਹੈ। ਇਹਦਾ ਇੰਨਾ ਹੀ ਅਰਥ ਹੈ ਕਿ ਇਸ ਜਗਤ ਵਿੱਚ ਭਗਤੀ ਦੇ ਨੇੜੇ ਤੋਂ ਨੇੜੇ ਜੇਕਰ ਕੋਈ ਹੋਰ ਘਟਨਾ ਹੈ ਤਾਂ ਦੋ ਵਿਅਕਤੀਆਂ ਦਾ ਪ੍ਰੇਮ ਹੈ। ਕਿਉਂ? ਕਿਉਂਕਿ ਦੋ ਵਿਅਕਤੀਆਂ ਦੇ ਗਹਿਰੇ ਪ੍ਰੇਮ 'ਚ ਇੱਕ ਅਦਵੈਤ ਦੀ ਝਲਕ ਮਿਲਦੀ ਹੈ। ਝਲਕ ਹੀ ਮਿਲਦੀ ਹੈ, ਪਰ ਝਲਕ ਵੀ ਕਾਫੀ ਨਹੀਂ ਹੈ। ਹਨੇਰੇ 'ਚ ਜਦ ਚਾਰ ਚੁਫੇਰੇ ਘਣਾ ਹਨੇਰਾ ਹੋਵੇ, ਬਿਜਲੀ ਦੀ ਇੱਕ ਲਿਸ਼ਕ ਵੀ ਬਹੁਤ ਕੁਝ ਸਾਫ਼ ਕਰ ਜਾਂਦੀ ਹੈ, ਫਿਰ ਖੋ ਜਾਂਦੀ ਹੈ। ਬਿਜਲੀ ਫਿਰ ਖੋ ਜਾਂਦੀ ਹੈ। ਬਿਜਲੀ ਕੋਈ ਦੀਵਾ ਨਹੀਂ ਹੈ ਤੁਹਾਡੇ ਹੱਥ ਵਿੱਚ ਕਿ ਤੁਸੀਂ ਉਸ ਨਾਲ ਰਾਹ ਲੱਭ ਲਓਗੇ, ਪਰ ਹਨੇਰੇ ਰਾਹ ਤੇ ਹਨੇਰੀ ਰਾਤ 'ਚ ਬਿਜਲੀ ਲਿਸ਼ਕ ਜਾਏ, ਇੱਕ ਵਾਰੀ ਇੱਕ ਝਲਕ ਵੀ ਰਾਹ ਦੀ ਮਿਲ ਜਾਏ ਤਾਂ ਤੁਹਾਡੀ ਦ੍ਰਿਸ਼ਟੀ ਬਦਲ ਜਾਂਦੀ ਹੈ, ਭੈ ਬਦਲ ਜਾਂਦਾ ਹੈ। ਤੁਸੀਂ ਜਾਣਦੇ ਹੋ ਕਿ ਰਾਹ ਹੈ, ਤੁਸੀਂ ਜਾਣਦੇ ਹੋ ਕਿ ਰਾਹ ਦੇਖ ਲਿਆ ਹੈ। ਹੁਣ ਤੁਸੀਂ ਬੇਡਰ ਹੋ, ਹੁਣ ਤੁਸੀਂ ਲੱਭ ਸਕਦੇ ਹੋ, ਹੁਣ ਤੁਸੀਂ ਟੋਹ ਸਕਦੇ ਹੋ,
ਹੁਣ ਭੁੱਲ ਵੀ ਹੋਏਗੀ, ਭਟਕਣ ਵੀ ਹੋਏਗੀ, ਤਾਂ ਵੀ ਵਿਸ਼ਵਾਸ ਨਹੀਂ ਹੋਏਗਾ, ਕਿਉਂਕਿ ਤੁਸੀਂ ਰਾਹ ਦੀ ਇੱਕ ਝਲਕ ਦੇਖ ਲਈ ਹੈ। ਰਾਹ ਹੈ, ਹਨੇਰੇ 'ਚ ਭੁੱਲ ਸਕਦੇ ਹੋ, ਭਟਕ ਸਕਦੇ ਹੋ, ਦੇਰ ਸਵੇਰ ਲੱਗੇਗੀ, ਪਰ ਮੰਜ਼ਿਲ ਤੇ ਪਹੁੰਚਣਾ ਹੋ ਜਾਏਗਾ, ਕਿਉਂਕਿ ਰਾਹ ਹੈ। ਹੁਣ ਇੱਕ ਭਰੋਸਾ ਪੈਦਾ ਹੋ ਜਾਏਗਾ। ਜਿਨ੍ਹਾਂ ਲੋਕਾਂ ਦੀ ਜ਼ਿੰਦਗੀ 'ਚ ਪ੍ਰੇਮ ਦੀ ਘਟਨਾ ਵਾਪਰ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ 'ਚ ਭਗਤੀ ਦੀ ਸੰਭਾਵਨਾ ਸ਼ੁਰੂ ਹੋ ਜਾਂਦੀ ਹੈ। ਇੱਕ ਭਰੋਸਾ ਹੈ, 2 ਮਿਟ ਸਕਦੇ ਹੈ, ਇਸ ਦਾ ਘੱਟੋ ਘੱਟ ਇੱਕ ਅਨੁਭਵ ਹੋ ਗਿਆ। 2 ਮਿਟ ਸਕਦੇ ਹੈ, ਅਜਿਹੀ ਘੜੀ ਵੀ ਆ ਗਈ, ਅਜਿਹਾ ਛਿਨ ਵੀ ਆਇਆ, ਪਲ ਭਰ ਲਈ ਆਇਆ, ਬਿਜਲੀ ਵਾਂਗ ਲਿਸ਼ਕਿਆ ਤੇ ਮਿਟ ਗਿਆ, ਲੇਕਿਨ ਦੇਖਿਆ ਕਿ ਉੱਥੇ 2 ਨਹੀਂ ਸੀ, 1 ਸੀ। ਫਿਰ ਭਗਤ ਤੇ ਭਗਵਾਨ ਦੇ ਵਿਚਾਲੇ ਵੀ ਸੰਭਾਵਨਾ ਵੀ ਭਰੋਸੇਯੋਗ ਹੋ ਜਾਂਦੀ ਹੈ। ਫਿਰ ਵਿਸ਼ਵਾਸ ਲਿਆਂਦਾ ਜਾ ਸਕਦਾ ਹੈ, ਫਿਰ ਭਰੋਸਾ ਕੀਤਾ ਜਾ ਸਕਦਾ ਹੈ। ਇਸੇ ਲਈ ਮੈਂ ਕਹਿੰਦਾ ਭਗਤ ਦੀ ਸੰਭਾਵਨਾ ਤਾਂ ਬਹੁਤ ਮੁਸ਼ਕਿਲ ਹੋ ਗਈ, ਕਿਉਂਕਿ ਪ੍ਰੇਮ ਦੀ ਹੀ ਸੰਭਾਵਨਾ ਕਠਨ ਹੋ ਗਈ ਹੈ। ਇੱਕ ਗੱਲ ਸਮਝਣੀ ਜ਼ਰੂਰੀ ਹੈ, 2 ਦੇ ਮਿਟਣ ਦੀ ਘਟਨਾ ਨੂੰ ਸਮਝਣਾ ਜ਼ਰੂਰੀ ਹੈ। ਤਦ ਅਸੀਂ ਕਿਸੇ ਹੋਰ ਪਹਿਲੂਆਂ ਤੋਂ ਸੋਚੀਏ। ਸ਼ਾਇਦ ਕਿਸੇ ਛਿਨ 'ਚ ਤੁਹਾਨੂੰ ਵੀ ਅਜਿਹਾ ਲੱਗਿਆ ਹੋਵੇ ਕਿ ਤੁਸੀਂ ਮਿਟ ਗਏ ਹੋ। ਉਹ ਛਿਨ ਕਿਵੇਂ ਵੀ ਹਾਸਲ ਹੋਇਆ ਹੋਵੇ, ਉਹ ਛਿਨ ਕਿਤੋਂ ਵੀ ਹਾਸਲ ਹੋਇਆ ਹੋਵੇ, ਪਰ ਜੇ ਤੁਹਾਡੀ ਜ਼ਿੰਦਗੀ 'ਚ ਕੋਈ ਵੀ ਇੱਕ ਛਿਨ ਹੈ, ਕੋਈ ਵੀ ਇੱਕ ਸੁਹੱਪਣ ਦਾ ਅਹਿਸਾਸ ਹੈ, ਤੁਸੀਂ ਕਿਸੇ ਇੱਕ ਫੁੱਲ ਦੇ ਕੋਲ ਬੈਠੇ ਹੋਵੋ ਤੇ ਫੁੱਲ ਨੂੰ ਤੱਕਦੇ ਤੱਕਦੇ ਤੁਸੀਂ ਮਿਟ ਗਏ ਹੋ ਤੇ ਫੁੱਲ ਵੀ ਮਿਟ ਗਿਆ ਹੋਏ, ਤੇ ਸਿਰਫ ਫੁੱਲ ਦੀ ਮਹਿਜ਼ ਫੁੱਲ ਦਾ ਸੁਹੱਪਣ ਬਾਕੀ ਰਹਿ ਗਿਆ ਹੋਵੇ, ਦੋਨੋਂ ਸਿਰੇ ਮਿਟ ਗਏ ਹੋਣ ਤੇ ਇੱਕ ਪਾਰਦਰਸ਼ੀ ਸੁਹੱਪਣ ਦਾ ਬੋਧ ਮਾਤਰ ਰਹਿ ਗਿਆ ਹੋਵੇ, ਤਾਂ ਤੁਹਾਨੂੰ ਖਿਆਲ ਆ ਸਕਦਾ ਹੈ ਕਿ ਇਹ ਸੂਤਰ ਕਿਸੇ ਪਾਸੇ ਵੱਲ ਇਸ਼ਾਰਾ ਕਰ ਰਿਹਾ ਹੈ। ਜਾਂ ਸੰਗੀਤ ਨੂੰ ਸੁਣਨ ਦੇ ਛਿਨ 'ਚ ਸੰਗੀਤਕਾਰ ਵੀ ਭੁੱਲ ਗਿਆ ਹੋਵੇ, ਤੁਸੀਂ ਵੀ ਭੁੱਲ ਗਏ ਹੋ, ਮਹਿਜ਼ ਸੰਗੀਤ ਰਹਿ ਗਿਆ ਹੋਵੇ, ਤਾਂ ਵੀ ਤੁਹਾਨੂੰ ਖਿਆਲ ਆ ਸਕਦਾ ਹੈ ਕਿ ਅਦਵੈਤ ਦੀ ਗੱਲ ਦੀ ਕੀ ਪ੍ਰਤੀਤੀ ਹੋਏਗੀ, ਅੰਤਿਮ ਪ੍ਰਤੀਤ ਕੀ ਹੋਏਗੀ। ਇਹ ਤਾਂ ਜਦ ਅਨੁਭਵ ਹੋਏਗਾ ਤਦੇ ਹੋਏਗਾ। ਲੇਕਿਨ ਹੁਣ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਕੋਈ ਅਜਿਹੀ ਘੜੀ ਵਾਪਰੀ ਹੋਵੇ, ਸੁਹੱਪਣ ਦੀ, ਪ੍ਰੇਮ ਦੀ, ਕਿਸੇ ਰਸ ਬੋਧ ਦੀ, ਜਿੱਥੇ ਅਜਿਹਾ ਲੱਗਿਆ ਹੋਵੇ ਕਿ ਇੱਥੇ ਜਾਣਨ ਵਾਲਾ ਤੇ ਜਾਣਿਆ ਜਾਣ ਵਾਲਾ 2 ਨਹੀਂ ਰਹਿ ਗਏ, ਵਿਸ਼ਾ ਤੇ ਵਿਸ਼ਈ ਮਿਟ ਗਏ, ਇੱਕ ਅਨੁਭਵ ਦੀ ਤਰੰਗ ਮਾਤਰ ਰਹਿ ਗਈ, ਇੱਕ ਲਹਿਰ ਜਿਸ 'ਚ ਦੋਨੋਂ ਸਿਰੇ ਖੋ ਗਏ ਤੇ ਵਿਚਕਾਰਲਾ ਹਿੱਸਾ ਹੀ ਰਹਿ ਗਿਆ। ਅਜਿਹੀ ਪ੍ਰਤੀਤੀ ਕਦੇ ਵੀ ਤੁਹਾਨੂੰ ਹੋਈ ਹੋਵੇ ਤਾਂ ਇਸ ਸੂਤਰ ਨੂੰ ਸਮਝਣਾ ਸੌਖਾ ਹੋ ਜਾਏਗਾ। ਜੇ ਇਸ ਤਰ੍ਹਾਂ ਦੀ ਪ੍ਰਤੀਤ ਨਾ ਹੋਈ ਹੋਵੇ ਤਾਂ ਧਿਆਨ 'ਚ ਇਸ ਪ੍ਰਤੀਤੀ ਨੂੰ ਕਰਨ ਦਾ ਉਪਾਅ ਹੈ। ਧਿਆਨ 'ਚ ਇਸ ਤਰ੍ਹਾਂ ਡੁੱਬਣ ਦੀ ਕੋਸ਼ਿਸ਼ ਕਰਨਾ ਕਿ ਧਿਆਨ ਹੀ ਨਾ ਰਹਿ ਜਾਏ, ਤੁਹਾਨੂੰ ਇਹ ਖਿਆਲ ਹੀ ਨਾ ਬਚੇ ਕਿ ਮੈਂ ਧਿਆਨ ਕਰ ਰਿਹਾ, ਤੁਹਾਨੂੰ ਇਹ ਖਿਆਲ ਹੀ ਨਾ ਬਚੇ ਕਿ ਕਿਸੇ ਦਾ ਧਿਆਨ ਕਰ ਰਿਹਾ, ਤੁਸੀਂ ਇੰਨੇ ਧਿਆਨ ਮਗਨ ਹੋ ਜਾਓ ਕਿ 2 ਮਿਟ ਜਾਣ। ਸੰਭਵ ਹੈ ਕਿ ਜੇਕਰ ਤੁਸੀਂ ਪੂਰੀ ਤਰ੍ਹਾਂ ਲੀਨ ਹੋ ਜਾਓ ਨਾਚ ਵਿੱਚ, ਤਾਂ ਨਿਰਤਕ ਮਿਟ ਜਾਏਗਾ, ਬਾਹਰ ਦਾ ਜਗਤ ਵੀ ਖੋ ਜਾਏਗਾ, ਅੰਦਰ ਦੀ ਹਮੀ ਵੀ ਖੋ ਜਾਏਗੀ। ਸਿਰਫ ਇੱਕ ਕੰਮ ਰਹਿ ਜਾਏਗਾ, ਸ਼ੁੱਧ ਕਰਮ, ਪਿਓਰ ਐਕਟ, ਨਾਚ ਦਾ, ਆਨੰਦ ਦਾ, ਇੱਕ ਮਹਾ ਉਤਸਵ ਦਾ। ਉਸ ਪਲ 'ਚ ਕਿਸੇ ਉਚਾਈ ਤੇ 2 ਦਾ ਸਾਰਾ ਬੋਧ ਮਿਟ ਜਾਂਦਾ ਹੈ, ਇੱਕ ਹੀ ਬਾਕੀ ਰਹਿ ਜਾਂਦਾ ਹੈ। ਉਹ ਇੱਕ ਵਿਰਾਟ ਹੈ, ਉਸ ਵਿੱਚ ਸਭ ਸਮਾਇਆ ਹੋਇਆ ਹੈ, ਉਸ ਵਿੱਚ ਇੱਕ ਕੋਲ ਖਲੋਤੇ ਬਿਰਛ ਵੀ ਹਿੱਸੇਦਾਰ ਹੋਣਗੇ, ਉਸ ਵਿੱਚ ਇਹ ਅਸਮਾਨ ਵੀ ਭਾਈਵਾਲ ਹੋਏਗਾ, ਉਸ ਵਿੱਚ ਇਹ ਪ੍ਰਿਥਵੀ ਵੀ ਭਾਈਵਾਲ ਹੋਏਗੀ, ਉਸ ਵਿੱਚ ਇਹ ਸਾਰਾ ਵਜੂਦ ਹਿੱਸੇਦਾਰ ਹੈ। ਫਿਰ ਉਸ ਅਹਿਸਾਸ ਦੇ ਬਾਹਰ ਕੁਝ ਵੀ ਨਹੀਂ, ਸਾਰਾ ਕੁਝ ਉਸ ਅਹਿਸਾਸ ਵਿੱਚ ਸਮਾ ਜਾਂਦਾ ਹੈ। ਅਜਿਹੀ ਪ੍ਰਤੀਤ ਦਾ ਨਾਂ ਹੀ ਧਿਆਨ ਹੈ। ਅਜਿਹੀ ਪ੍ਰਤੀਤ ਜਦ ਇੰਨੀ ਗੂੜੀ ਹੋ ਜਾਏ ਕਿ ਖੋਵੋ ਵੀ ਨਾ, ਤੁਸੀਂ ਕੁਝ ਵੀ ਕਰੋ, ਬਣੇ ਹੀ ਰਹੋ, ਤੁਰੋ ਜਾਂ ਉੱਠੋ, ਬੈਠੋ ਜਾਂ ਖਾਓ ਜਾਂ ਪੀਓ, ਸੰਸਾਰ 'ਚ ਹੋਵੋ ਕਿ ਸੰਨਿਆਸ 'ਚ ਹੋਵੋ, ਦੁਕਾਨ 'ਚ ਹੋਵੋ ਕਿ ਮੰਦਰ 'ਚ ਹੋਵੋ, ਜਦ ਅਜਿਹੀ ਪ੍ਰਤੀਤ ਦੇ ਮਿਟਣ ਦਾ ਕੋਈ ਉਪਾਅ ਨਾ ਰਹਿ ਜਾਏ, ਉਹੀ ਧਿਆਨ ਦੀ ਪ੍ਰਤੀਤੀ ਸਮਾਧੀ ਬਣ ਜਾਂਦੀ ਹੈ। ਇਸ ਸਮਾਧੀ ਦੀ ਯਾਤਰਾ ਤੇ ਅਸੀਂ ਨਿਕਲੇ ਹੋਏ ਹਾਂ, ਇਸ ਲਈ ਇਸ ਸੂਤਰ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਸਮਝ ਲੈਣਾ ਜ਼ਰੂਰੀ ਹੈ। ਸੂਤਰ ਕਹਿੰਦਾ ਹੈ, ਦ્વੈਤ ਭਾਵ ਨੂੰ ਸਮਗਰ ਰੂਪ ਨਾਲ ਦੂਰ ਕਰੋ। ਇਹ ਨਾ ਸੋਚੋ ਕਿ ਤੁਸੀਂ ਬੁਰੇ ਮਨੁੱਖ ਤੋਂ ਜਾਂ ਮੂਰਖ ਮਨੁੱਖ ਤੋਂ ਦੂਰ ਰਹਿ ਸਕਦੇ ਹੋ, ਉਹ ਤਾਂ ਤੁਹਾਡਾ ਹੀ ਰੂਪ ਹੈ। ਭਾਵੇਂ ਤੁਹਾਡੇ ਮਿੱਤਰ ਜਾਂ ਗੁਰਦੇਵ ਤੋਂ ਕੁਝ ਘੱਟ ਹੀ, ਉਹ ਤੁਹਾਡੇ ਰੂਪ ਹਨ, ਫਿਰ ਵੀ ਉਹ ਹਨ ਤੁਹਾਡੇ ਹੀ ਰੂਪ। ਚੇਤੇ ਰਹੇ ਕਿ ਸਾਰੇ ਸੰਸਾਰ ਦਾ ਪਾਪ ਤੇ ਉਹਦੀ ਲੱਜਿਆ ਤੁਹਾਡੀ ਆਪਣੀ ਲੱਜਿਆ, ਤੁਹਾਡਾ ਆਪਣਾ ਪਾਪ ਹੈ। ਤੁਸੀਂ ਸੰਸਾਰ ਦੇ ਇੱਕ ਅੰਗ ਹੋ ਤੇ ਤੁਹਾਡੇ ਕਰਮ ਫਲ ਉਸ ਮਹਾਨ ਕਰਮ ਫਲ ਨਾਲੋਂ ਅਟੁੱਟ ਰੂਪ ਨਾਲ ਸੰਬੰਧਿਤ ਹਨ, ਤੇ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਥਾਵਾਂ ਵਿੱਚੋਂ ਦੀ ਹੋ ਕੇ ਲੰਘਣਾ ਪੈਣਾ ਹੈ, ਅਪਵਿੱਤਰ ਤੇ ਪਵਿੱਤਰ ਥਾਵਾਂ ਤੋਂ ਇੱਕ ਸਾਰੇ। ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ, ਬਹੁਤ ਵਿਚਾਰਯੋਗ ਹਨ। ਜੇ ਇਹ ਸੱਚ ਹੈ ਕਿ ਵਜੂਦ ਇੱਕ ਹੈ, ਮੈਂ ਵਜੂਦ ਨਾਲੋਂ ਅਲੱਗ ਥਲੱਗ ਨਹੀਂ ਹਾਂ,
ਮੈਂ ਕੋਈ ਦੂਜਾ ਨਹੀਂ ਹਾਂ। ਮੇਰੀਆਂ ਹੱਦਾਂ ਕੰਮ ਚਲਾਊ ਹਨ। ਮੈਂ ਕਿਸੇ ਹੱਦ ਤੇ ਸਮਾਪਤ ਨਹੀਂ ਹੁੰਦਾ ਤਾਂ ਫਿਰ ਦੂਜਾ ਕੋਈ ਵੀ ਨਹੀਂ ਹੈ। ਫਿਰ ਦੂਜੇ ਦੇ ਨਾਲ ਜੋ ਵੀ ਵਾਪਰ ਰਿਹਾ ਉਹ ਮੇਰੇ ਨਾਲ ਵੀ ਵਾਪਰ ਰਿਹਾ ਹੈ। ਜ਼ਰਾ ਦੂਰੀ ਸਹੀ, ਪਰ ਮੇਰੇ ਨਾਲ ਵੀ ਵਾਪਰ ਰਿਹਾ ਹੈ। ਜੇ ਮਹਾਵੀਰ ਨੇ ਇਹ ਕਿਹਾ ਹੈ ਕਿ ਕੀੜੀ ਨੂੰ ਨਾ ਮਾਰਨਾ, ਇਸੇ ਅਰਥ 'ਚ ਕਿਹਾ ਕਿ ਅਹਿੰਸਾ ਦੀ ਪੂਰੀ ਦ੍ਰਿਸ਼ਟੀ ਅਦਵੈਤ ਦੇ ਇਸੇ ਭਾਵ ਉੱਤੇ ਨਿਰਭਰ ਹੈ। ਕੀੜੀ ਨੂੰ ਨਾ ਮਾਰਨਾ, ਇਹਦਾ ਅਰਥ ਇਹ ਨਹੀਂ ਕਿ ਕੀੜੀ ਉੱਤੇ ਦਇਆ ਕਰਨਾ ਜਾ ਕੇ ਦਇਆ ਕੀਤੀ ਜਾ ਸਕਦੀ ਹੈ। ਇਹਦਾ ਕੁੱਲ ਅਰਥ ਇੰਨਾ ਹੀ ਹੈ ਕਿ ਜਦ ਵੀ ਤੁਸੀਂ ਕਿਸੇ ਨੂੰ ਚੋਟ ਪਹੁੰਚਾ ਰਹੇ ਹੋ ਜਾਂ ਦੁੱਖ ਪਹੁੰਚਾ ਰਹੇ ਹੋ ਜਾਂ ਮਾਰ ਰਹੇ ਹੋ ਤਾਂ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਆਤਮਘਾਤ ਵਿੱਚ ਜੁਟੇ ਹੋਏ ਹੋ। ਸਾਰੀ ਹਿੰਸਾ ਆਤਮ ਹੱਤਿਆ ਹੈ। ਜੇ ਸਾਰਾ ਜੀਵਨ ਮੇਰੇ ਨਾਲ ਇੱਕ ਹੈ ਤਾਂ ਮੈਂ ਕਿਤੇ ਵੀ ਚੋਟ ਪਹੁੰਚਾਵਾਂ, ਮੈਂ ਆਪਣੇ ਆਪ ਨੂੰ ਹੀ ਚੋਟ ਪਹੁੰਚਾ ਰਿਹਾ। ਇਸ ਲਈ ਇਸ ਗੱਲ ਨੂੰ ਖਿਆਲ 'ਚ ਰੱਖਣਾ, ਜਦ ਵੀ ਤੁਸੀਂ ਕਿਸੇ ਨੂੰ ਚੋਟ ਪਹੁੰਚਾਉਂਦੇ ਹੋ ਤਾਂ ਤੁਸੀਂ ਜਾਣੋ ਜਾਂ ਨਾ ਜਾਣੋ ਤੁਹਾਨੂੰ ਵੀ ਚੋਟ ਪੁੱਜ ਰਹੀ ਹੈ, ਕਿਉਂਕਿ ਦੂਜਾ ਤੁਹਾਤੋਂ ਜੁਦਾ ਨਹੀਂ ਹੈ। ਫਾਸਲਾ ਹੋ ਸਕਦਾ ਹੈ, ਦੂਰੀ ਹੋ ਸਕਦੀ ਹੈ, ਵਿਚਕਾਰਲੀ ਯਾਤਰਾ ਲੰਮੀ ਹੋ ਸਕਦੀ ਹੈ, ਪਰ ਅਸੀਂ ਜੁੜੇ ਹਾਂ, ਅਸੀਂ ਸਾਂਝੇ ਹਾਂ। ਇਸ ਲਈ ਤੁਸੀਂ ਕਿਸੇ ਨੂੰ ਵੀ ਦੁੱਖ ਪਹੁੰਚਾਓ, ਤੁਹਾਨੂੰ ਦੁੱਖ ਭੋਗਣਾ ਹੀ ਪਏਗਾ। ਤੁਸੀਂ ਆਪਣੇ ਆਪ ਨੂੰ ਦੁੱਖ ਪਹੁੰਚਾਏ ਬਿਨਾਂ ਕਿਸੇ ਨੂੰ ਦੁੱਖ ਪਹੁੰਚਾਉਣ 'ਚ ਕਾਮਯਾਬ ਨਹੀਂ ਹੋ ਸਕਦੇ। ਕਿਸੇ ਨੂੰ ਦੁਖੀ ਕਰਕੇ ਦੇਖੋ, ਤੁਸੀਂ ਦੁਖੀ ਹੋ ਜਾਓਗੇ। ਇਹ ਤਾਂ ਉਲਟਾ ਵੀ ਸਹੀ ਹੈ। ਤੁਸੀਂ ਕਿਸੇ ਨੂੰ ਸੁਖੀ ਕਰਕੇ ਦੇਖੋ, ਤੁਸੀਂ ਪਾਓਗੇ ਕਿ ਸੁੱਖ ਪਤਾ ਨਹੀਂ ਕਿੰਨੇ ਰੂਪਾਂ 'ਚ ਤੁਹਾਡੇ ਹਿਰਦੇ ਵਿੱਚ ਵੀ ਗੁੰਜਾਰ ਕਰਨ ਲੱਗ ਪਿਆ। ਤੁਸੀਂ ਕਿਸੇ ਦੇ ਰਾਹ ਤੇ ਇੱਕ ਛੋਟਾ ਜਿਹਾ ਫੁੱਲ ਵੀ ਰੱਖੋ, ਤੁਹਾਡੇ ਰਾਹ ਤੇ ਫੁੱਲਾਂ ਦੀ ਸੇਜ ਵਿੱਚ ਜਾਂਦੀ ਹੈ, ਕਿਉਂਕਿ ਤੁਸੀਂ ਜੋ ਵੀ ਕਰ ਰਹੇ ਹੋ ਉਹਦੀ ਅਨੰਤ ਗੂੰਜ ਚਾਰ ਚੁਫੇਰੇ ਹੋ ਜਾਂਦੀ ਹੈ। ਤੇ ਇਸੇ ਲਈ ਹੋ ਜਾਂਦੀ ਹੈ ਅਨੰਤ ਤੱਕ ਉਹਦੀ ਗੂੰਜ, ਕਿਉਂਕਿ ਤੁਸੀਂ ਜੁੜੇ ਹੋ, ਸਾਂਝੇ ਹੋ। ਇੱਕ ਛੋਟਾ ਜਿਹਾ ਵੀ ਵਿਚਾਰ ਤੁਹਾਡੇ ਅੰਦਰ ਪੈਦਾ ਹੁੰਦਾ ਹੈ ਤਾਂ ਸਾਰਾ ਵਜੂਦ ਉਹਨੂੰ ਸੁਣਦਾ ਹੈ। ਥੋੜਾ ਜਿਹਾ ਭਾਵ ਵੀ ਤੁਹਾਡੇ ਹਿਰਦੇ 'ਚ ਉੱਠਦਾ ਹੈ ਤਾਂ ਸਾਰੇ ਵਜੂਦ ਵਿੱਚ ਉਹਦੀ ਝੁਣਕਾਰ ਸੁਣੀ ਜਾਂਦੀ ਹੈ। ਅਜਿਹਾ ਵੀ ਨਹੀਂ ਹੈ ਕਿ ਅੱਜ ਹੀ ਅਨੰਤ ਕਾਲ ਤੱਕ ਉਹ ਝੁਣਕਾਰ ਸੁਣੀ ਜਾਏਗੀ। ਤੁਹਾਡਾ ਇਹ ਰੂਪ ਖੋ ਜਾਏਗਾ, ਤੁਹਾਡਾ ਇਹ ਸਰੀਰ ਮਿਟ ਜਾਏਗਾ, ਤੁਹਾਡਾ ਇਹ ਨਾਮ ਮਿਟ ਜਾਏਗਾ, ਤੁਹਾਡਾ ਕੋਈ ਨਾਮ ਨਿਸ਼ਾਨ ਵੀ ਪਤਾ ਲਾਉਣਾ ਮੁਸ਼ਕਿਲ ਹੋ ਜਾਏਗਾ। ਲੇਕਿਨ ਤੁਸੀਂ ਜੋ ਚਾਹਿਆ ਸੀ, ਤੁਸੀਂ ਜੋ ਕੀਤਾ ਸੀ, ਤੁਸੀਂ ਜੋ ਸੋਚਿਆ ਸੀ, ਤੁਸੀਂ ਜੋ ਭਾਵਨਾ ਬਣਾਈ ਸੀ, ਉਹ ਸਭ ਇਸ ਵਜੂਦ 'ਚ ਗੂੰਜਦੀਆਂ ਰਹਿਣਗੀਆਂ, ਕਿਉਂਕਿ ਤੁਸੀਂ ਇੱਥੋਂ ਭਾਵੇਂ ਮਿਟ ਹੀ ਜਾਓ, ਤੁਸੀਂ ਕਿਤੇ ਹੋਰ ਪ੍ਰਗਟ ਹੋ ਜਾਓਗੇ। ਤੁਸੀਂ ਇੱਥੋਂ ਖੋ ਜਾਓਗੇ, ਪਰ ਕਿਸੇ ਹੋਰ ਥਾਂ ਤੁਹਾਡਾ ਬੀਜ ਮੁੜ ਕੇ ਫੁੱਟ ਪਏਗਾ। ਅਸੀਂ ਜੋ ਵੀ ਕਰ ਰਹੇ ਹਾਂ ਉਹ ਖੋਂਦਾ ਨਹੀਂ, ਅਸੀਂ ਜੋ ਵੀ ਹਾਂ ਉਹ ਵੀ ਖੋਂਦਾ ਨਹੀਂ, ਕਿਉਂਕਿ ਅਸੀਂ ਇੱਕ ਵਿਰਾਟ ਦੇ ਹਿੱਸੇ ਹਾਂ। ਲਹਿਰ ਮਿਟ ਜਾਂਦੀ ਹੈ, ਸਾਗਰ ਬਣਿਆ ਰਹਿੰਦਾ ਹੈ। ਉਹ ਜੋ ਲਹਿਰ ਮਿਟ ਗਈ ਹੈ ਉਹਦਾ ਜਲ ਹੀ ਉਸ ਸਾਗਰ 'ਚ ਬਾਕੀ ਰਹਿ ਗਿਆ ਹੈ। ਇਹਨੂੰ ਬਹੁਤ ਤਰ੍ਹਾਂ ਨਾਲ ਸਮਝ ਲੈਣਾ ਜ਼ਰੂਰੀ ਹੈ, ਕਿਉਂਕਿ ਇਹਦਾ ਵਿਆਪਕ ਨਤੀਜਾ ਤੁਹਾਡੀ ਜ਼ਿੰਦਗੀ, ਤੁਹਾਡੇ ਕਾਰ ਵਿਹਾਰ, ਤੁਹਾਡੇ ਭਵਿੱਖ ਉੱਤੇ ਹੋਏਗਾ। ਜੇ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਜਾਏ ਤਾਂ ਤੁਸੀਂ ਦੂਜੇ ਹੀ ਆਦਮੀ ਹੋ ਜਾਓ। ਇੱਕ ਢੰਗ ਦੀ ਜ਼ਿੰਦਗੀ ਤੁਸੀਂ ਬਣਾਈ ਹੈ। ਉਸ ਜ਼ਿੰਦਗੀ ਦਾ ਮੂਲ ਆਧਾਰ ਇਹ ਹੈ ਕਿ ਅਸੀਂ ਅਲੱਗ ਹਾਂ। ਇਸੇ ਲਈ ਆਦਮੀ ਇੰਨਾ ਚਿੰਤਿਤ, ਦੁਖੀ ਤੇ ਪਰੇਸ਼ਾਨ ਹੈ, ਕਿਉਂਕਿ ਤੁਸੀਂ ਅਲੱਗ ਹੋ ਨਹੀਂ। ਤੁਹਾਡੇ ਅਲੱਗ ਹੋਣ ਦੀ ਸਾਰੀ ਕੋਸ਼ਿਸ਼ ਨਿਫਲ ਚਲੀ ਜਾਂਦੀ ਹੈ। ਆਖਰ 'ਚ ਤੁਸੀਂ ਪਾਉਂਦੇ ਹੋ ਕਿ ਤੁਸੀਂ ਨਾਕਾਮ ਹੋ ਗਏ। ਮੌਤ ਕੀ ਹੈ? ਮੌਤ ਸਿਵਾਏ ਇਹਦੇ ਕੁਝ ਵੀ ਨਹੀਂ ਕਿ ਤੁਹਾਨੂੰ ਜੋ ਵੀ ਵਹਿਮ ਸੀ ਕਿ ਮੈਂ ਅਲੱਗ ਹਾਂ, ਉਹ ਇਸ ਵਹਿਮ ਨੂੰ ਤੋੜ ਦਿੰਦੀ ਹੈ। ਮੌਤ ਤੁਹਾਨੂੰ ਅਦਵੈਤ ਵਿੱਚ ਵਾਪਸ ਲੈ ਜਾਂਦੀ ਹੈ। ਕਾਸ਼ ਤੁਸੀਂ ਖੁਦ ਹੀ ਅਦਵੈਤ ਵਿੱਚ ਵਾਪਸ ਆ ਸਕਦੇ, ਤਾਂ ਫਿਰ ਮੌਤ ਤੁਹਾਡੇ ਲਈ ਵਾਪਰਦੀ ਨਾ। ਲੇਕਿਨ ਤੁਹਾਡੇ ਲਈ ਮੌਤ ਬਿਲਕੁਲ ਜ਼ਰੂਰੀ ਹੈ, ਕਿਉਂਕਿ ਤੁਸੀਂ ਆਪਣੀ ਤਰਫ ਤੋਂ ਅਦਵੈਤ ਵਿੱਚ ਪਰਤਣ ਦੀ ਕੋਈ ਚਾਹਨਾ ਨਹੀਂ ਰੱਖਦੇ। ਜਨਮ ਤੋਂ ਪਹਿਲਾਂ ਵੀ ਤੁਸੀਂ ਅਦਵੈਤ ਵਿੱਚ ਸੀ, ਮੌਤ ਤੋਂ ਬਾਅਦ ਵੀ ਤੁਸੀਂ ਅਦਵੈਤ ਵਿੱਚ ਵਾਪਸ ਪਹੁੰਚ ਜਾਂਦੇ ਹੋ। ਵਿੱਚ ਵਿਚਾਲੇ ਥੋੜੀ ਦੇਰ ਦੀ ਲਹਿਰ ਵਿਚਾਲੇ, ਥੋੜੀ ਦੇਰ ਦੀ ਲਹਿਰ ਦਾ ਸ਼ੋਰ ਸ਼ਰਾਬਾ, ਥੋੜੀ ਦੇਰ ਲਈ ਲਹਿਰ ਦਾ ਉੱਠਣਾ, ਸੂਰਜ ਦੀਆਂ ਕਿਰਨਾਂ 'ਚ ਨੱਚਣਾ, ਥੋੜੀ ਦੇਰ ਦੇ ਲਈ ਲਹਿਰ ਨੂੰ ਵੀ ਖਿਆਲ ਪੈਦਾ ਹੋ ਜਾਂਦਾ ਕਿ ਮੈਂ ਵੀ ਹਾਂ। ਲਹਿਰ ਨੂੰ ਲੱਗਦਾ ਹੋਏਗਾ ਕਿ ਉਹ ਸਾਗਰ ਨਾਲੋਂ ਅਲੱਗ ਹੈ, ਲੱਗਦਾ ਹੀ ਹੋਏਗਾ। ਇਹ ਵੀ ਲੱਗਦਾ ਹੋਏਗਾ ਕਿ ਮੇਰੇ ਆਸੇ-ਪਾਸੇ ਜੋ ਲਹਿਰਾਂ ਉੱਠ ਰਹੀਆਂ ਮੈਥੋਂ ਭਿੰਨ ਹੈ। ਇਹ ਵੀ ਲੱਗਦਾ ਹੋਏਗਾ, ਕਿਉਂਕਿ ਇਸ ਦੇ ਪਿੱਛੇ ਤਰਕ ਵੀ ਹਨ। ਲਹਿਰ ਦਾ ਵੀ ਜੇਕਰ ਤਰਕ ਹੋਵੇ, ਉਹਦੇ ਕੋਲ ਵੀ ਬੁੱਧੀ ਹੋਵੇ, ਤਾਂ ਲਹਿਰ ਵੀ ਸੋਚੇਗੀ ਕਿ ਮੈਂ ਇੱਕ ਕਿਵੇਂ ਹੋ ਸਕਦੀ ਹਾਂ ਦੂਜੀਆਂ ਲਹਿਰਾਂ ਵਰਗੀ। ਕੋਈ ਲਹਿਰ ਬਹੁਤ ਛੋਟੀ ਹੈ, ਮੈਂ ਇੰਨੀ ਵੱਡੀ ਹਾਂ, ਮੈਂ ਬਹੁਤ ਛੋਟੀ ਹਾਂ। ਕੋਈ ਲਹਿਰ ਪਹਾੜ ਜਿੱਡੀ ਵੱਡੀ ਹੈ, ਅਸੀਂ ਭਿੰਨ ਭਿੰਨ ਹਾਂ।
ਅਸੀਂ ਕਿਵੇਂ ਇੱਕ ਹੋ ਸਕਦੇ ਹਾਂ? ਫਿਰ ਵੀ ਤਾਂ ਇਹ ਖਿਆਲ ਲਹਿਰ ਨੂੰ ਆਏਗਾ ਕਿ ਕੋਈ ਲਹਿਰ ਡਿੱਗ ਰਹੀ ਹੈ, ਮੈਂ ਤਾਂ ਅਜੇ ਜਨਮ ਪਾ ਰਹੀ ਹਾਂ, ਉੱਠ ਰਹੀ ਹਾਂ, ਤੇ ਡਿੱਗਦੀ ਹੋਈ ਲਹਿਰ ਨਾਲ ਮੇਰੀ ਏਕਤਾ ਕਿਵੇਂ ਹੋ ਸਕਦੀ ਹੈ? ਜੇ ਮੈਂ ਡਿੱਗਦੀ ਹੋਈ ਲਹਿਰ ਨਾਲ ਇੱਕ ਹੁੰਦੀ ਤਾਂ ਉਹਦੇ ਨਾਲ ਡਿੱਗਦੀ, ਜੇ ਡਿੱਗਣ ਵਾਲੀ ਲਹਿਰ ਮੇਰੇ ਨਾਲ ਹੁੰਦੀ ਤਾਂ ਮੇਰੇ ਨਾਲ ਉੱਠਦੀ। ਤੁਸੀਂ ਦੇਖਦੇ ਹੋ ਕੋਈ ਮਰ ਰਿਹਾ ਹੈ, ਤੁਸੀਂ ਜਵਾਨ ਹੋ, ਕੋਈ ਬੁੱਢਾ ਹੋ ਗਿਆ, ਕੋਈ ਬੱਚਾ ਹੈ, ਤੁਸੀਂ ਇੱਕ ਕਿਵੇਂ ਹੋ ਸਕਦੇ ਹੋ? ਤੁਸੀਂ ਜਦ ਮਰੋਗੇ ਤਾਂ ਸਾਰੇ ਤੁਹਾਡੇ ਨਾਲ ਮਰ ਜਾਂਦੇ ਜੇ ਇਹ ਹੁੰਦੇ। ਪਰ ਅਸੀਂ ਜਾਣਦੇ ਹਾਂ ਕਿ ਇੱਕ ਲਹਿਰ ਉੱਠ ਰਹੀ ਹੈ, ਦੂਜੀ ਲਹਿਰ ਡਿੱਗ ਰਹੀ ਹੈ, ਫਿਰ ਵੀ ਲਹਿਰਾਂ ਇੱਕ ਹਨ, ਅੰਦਰ ਹੇਠਾਂ ਜੁੜੀਆਂ ਹਨ। ਜਿਸ ਜਲ ਤੋਂ ਇਹ ਉੱਠ ਰਹੀ ਹੈ ਲਹਿਰ, ਉਸੇ ਜਲ 'ਚ ਡਿੱਗਣ ਵਾਲੀ ਲਹਿਰ ਵਾਪਸ ਮੁੜ ਰਹੀ ਹੈ। ਇਹਨਾਂ ਦੋਨਾਂ ਦੇ ਹੇਠਲੇ ਤਲ 'ਚ ਕੋਈ ਫਾਸਲਾ ਨਹੀਂ ਹੈ, ਇੱਕ ਹੀ ਸਾਗਰ ਦੀ ਖੇਡ ਹੈ। ਥੋੜੀ ਦੇਰ ਦੇ ਲਈ ਲਹਿਰ ਨੇ ਇੱਕ ਨਵਾਂ ਰੂਪ ਧਾਰਿਆ, ਫਿਰ ਰੂਪ ਖੋ ਜਾਂਦਾ ਹੈ, ਅਰੂਪ ਬਾਕੀ ਰਹਿ ਜਾਂਦਾ ਹੈ। ਅਸੀਂ ਵੀ ਲਹਿਰਾਂ ਤੋਂ ਵੱਧ ਨਹੀਂ ਹਾਂ। ਇਸ ਜਗਤ 'ਚ ਸਾਰਾ ਕੁਝ ਲਹਿਰ ਵਾਂਗ ਹੈ। ਇੱਕ ਬਿਰਛ ਵੀ ਇੱਕ ਲਹਿਰ ਹੈ, ਇੱਕ ਪੰਛੀ ਵੀ ਇੱਕ ਲਹਿਰ ਹੈ, ਇੱਕ ਪੱਥਰ ਵੀ, ਇੱਕ ਮਨੁੱਖ ਵੀ। ਜੇ ਅਸੀਂ ਲਹਿਰਾਂ ਤਾਂ ਇੱਕ ਹੀ ਸਾਗਰ ਦੀਆਂ, ਤਾਂ ਇਹਦਾ ਤਾਂ ਵਿਆਪਕ ਨਿਚੋੜ ਹੋਏਗਾ। ਇਹਦਾ ਨਿਚੋੜ ਇਸ ਸੂਤਰ ਵਿੱਚ ਹੈ, ਇਹ ਨਾ ਸੋਚੋ ਕਿ ਤੁਸੀਂ ਬੁਰੇ ਮਨੁੱਖ ਜਾਂ ਮੂਰਖ ਮਨੁੱਖ ਤੋਂ ਦੂਰ ਰਹਿ ਸਕਦੇ ਹੋ। ਇਹ ਨਾ ਸੋਚੋ ਕਿ ਬੁਰਾ ਆਦਮੀ ਬੁਰਾ ਹੈ, ਤੁਸੀਂ ਭਲੇ ਹੋ, ਕਿਉਂਕਿ ਬੁਰਾ ਵੀ ਤੁਹਾਡੇ ਨਾਲ ਜੁੜਿਆ। ਸੱਚ ਤਾਂ ਇਹ ਹੈ, ਜੇਕਰ ਬੁਰਾ ਜਗਤ ਤੋਂ ਮਿਟ ਜਾਏ ਤਾਂ ਭਲੇ ਵੀ ਉਸੇ ਦਿਨ ਮਿਟ ਜਾਣਗੇ। ਜੇ ਜਗਤ 'ਚ ਸ਼ੈਤਾਨ ਨਾ ਹੋਵੇ, ਜੇ ਜਗਤ 'ਚ ਅਸਾਧੂ ਨਾ ਹੋਵੇ, ਜੇ ਚੋਰ ਹਥਿਆਰਾ ਬੇਈਮਾਨ ਨਾ ਹੋਵੇ, ਉਹਦੇ ਨਾਲ ਵੀ ਸਾਧੂ ਵੀ ਮਿਟ ਜਾਣਗੇ। ਸਾਧੂ ਅਸਾਧੂ ਦੇ ਬਿਨਾਂ ਕਿਵੇਂ ਜਿਉ ਸਕਦਾ? ਇਹ ਕਦੇ ਸੋਚਿਆ ਕਿ ਸਾਧੂ ਜਿਉਂਦਾ ਹੀ ਅਸਾਧੂ ਦੇ ਨਾਲ ਹੈ? ਉਹ ਇੱਕ ਹੀ ਸਿੱਕੇ ਦਾ ਦੂਜਾ ਪਹਿਲੂ ਹੈ। ਉਹ ਜੋ ਚੰਗਾ ਆਦਮੀ ਹੈ, ਸ਼ੁਭ ਆਦਮੀ ਹੈ, ਨੈਤਿਕ ਹੈ, ਧਾਰਮਿਕ ਹੈ, ਉਹ ਵੀ ਜੀਂਦਾ ਹੈ ਅਧਾਰਮਿਕ ਦੇ ਕਾਰਨ। ਅਧਾਰਮਿਕ ਦੇ ਬਿਨਾਂ ਉਹ ਵੀ ਜੀ ਨਹੀਂ ਸਕੇਗਾ। ਰਾਵਣ ਦੇ ਬਿਨਾਂ ਰਾਮ ਦੇ ਹੋਣ ਦਾ ਕੋਈ ਉਪਾਅ ਨਹੀਂ ਹੈ, ਨਾ ਹੀ ਰਾਮ ਦੇ ਬਿਨਾਂ ਰਾਵਣ ਦੇ ਹੋਣ ਦਾ ਕੋਈ ਉਪਾਅ ਹੈ। ਇਸ ਲਈ ਜਿਹੜੇ ਉੱਪਰ ਦੇਖਦੇ ਆ ਉਹ ਸੋਚਦੇ ਆ ਕਿ ਰਾਮ ਤੇ ਰਾਵਣ 'ਚ ਬੜੀ ਦੁਸ਼ਮਣੀ ਹੈ। ਜਿਹੜੇ ਅੰਦਰ ਦੇਖਦੇ ਆ ਉਹ ਪਾਉਂਦੇ ਆ ਕਿ ਇਹਨਾਂ ਨਾਲੋਂ ਵੱਧ ਗੂੜੀ ਮਿੱਤਰਤਾ ਲੱਭਣੀ ਕਠਿਨ ਹੈ, ਕਿਉਂਕਿ ਜਿਹਦੇ ਬਿਨਾਂ ਅਸੀਂ ਹੋ ਹੀ ਨਾ ਸਕੀ ਉਹਨੂੰ ਵੈਰੀ ਆਖੋਗੇ। ਜਿਹਦੇ ਬਿਨਾਂ ਅਸੀਂ ਹੋ ਹੀ ਨਾ ਸਕੀ ਉਹੀ ਸਾਡਾ ਮਿੱਤਰ ਹੈ। ਜਿਹਦੇ ਬਿਨਾਂ ਸਾਡਾ ਵਜੂਦ ਸੰਭਵ ਨਹੀਂ ਹੋਏਗਾ, ਜੋ ਸਾਡੀ ਬੁਨਿਆਦ ਹੈ, ਉਹਨੂੰ ਵੈਰੀ ਆਖੋਗੇ ਤਾਂ ਫਿਰ ਵੈਰੀ ਦੀ ਸਾਰੀ ਪਰਿਭਾਸ਼ਾ ਹੀ ਬਦਲਣੀ ਪਏਗੀ। ਫਿਰ ਤਾਂ ਵੈਰੀ ਮਿੱਤਰ ਨਾਲੋਂ ਵੀ ਨੇੜੇ ਹੋ ਗਿਆ। ਰਾਮ ਹੋ ਸਕਦੇ ਹਨ ਰਾਵਣ ਦੇ ਬਿਨਾਂ? ਕਦੇ ਸੋਚਿਆ ਰਾਮ ਦੀ ਕਥਾ 'ਚੋਂ ਰਾਵਣ ਨੂੰ ਕੱਟ ਦਈਏ ਤਾਂ ਰਾਮ ਦੀ ਸਾਰੀ ਕਥਾ ਇੱਕਦਮ ਵਿਅਰਥ ਹੋ ਜਾਏਗੀ। ਰਾਵਣ ਦੇ ਕਾਰਨ ਹੀ ਸਾਰਾ ਰਸ ਹੈ, ਰਾਵਣ ਦੀ ਮੌਜੂਦਗੀ ਦੇ ਕਾਰਨ ਹੀ ਰਾਮ ਦੀ ਸਾਰੀ ਮਹਿਮਾ ਹੈ। ਉਹ ਜੋ ਰਾਮ ਦਾ ਸ਼ੁਭ ਹੈ, ਉਹ ਰਾਵਣ ਦੀ ਅਸ਼ੁਭ ਦੀ ਪਿੱਠ ਭੂਮੀ 'ਚੋਂ ਹੀ ਉੱਭਰਦਾ ਹੈ। ਰਾਵਣ ਦੇ ਬਿਨਾਂ ਰਾਮ ਅਜਿਹੇ ਹੋਣਗੇ ਜਿਵੇਂ ਬਲੈਕ ਬੋਰਡ ਦੇ ਬਿਨਾਂ ਉਸ ਉੱਤੇ ਲਿਖੇ ਸਫੇਦ ਅੱਖਰ ਹੋ ਜਾਣਗੇ। ਬਲੈਕ ਬੋਰਡ ਹਟ ਜਾਏ, ਸਫੇਦ ਅੱਖਰ ਖੋ ਜਾਣਗੇ। ਉਹ ਸਫੈਦ ਅੱਖਰ ਉੱਭਰ ਕੇ ਦਿਸਦੇ ਹੈ, ਇਸ ਲਈ ਨਹੀਂ ਕਿ ਉਹ ਸਿਰਫ ਸਫੈਦ ਹੈ, ਬਲਕਿ ਇਸ ਲਈ ਵੀ ਕਿ ਕਾਲੇ ਫੱਟੇ ਉੱਤੇ ਸੀ, ਉਹਨਾਂ ਦੀ ਸਫੇਦੀ 'ਚ ਕਾਲੇ ਫੱਟੇ ਦਾ ਹੱਥ ਸੀ। ਕਾਲੇ ਫੱਟੇ ਦੇ ਕਾਰਨ ਹੀ ਉਹ ਇੰਨੇ ਉੱਜਲ ਮਾਲੂਮ ਹੁੰਦੇ ਸੀ। ਕਾਲਾ ਫੱਟਾ ਹਟ ਗਿਆ, ਉਹ ਚਿੱਟੇ ਅੱਖਰ ਵੀ ਖੋ ਗਏ।